ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਇੱਕ ਬਹੁਤ ਹੀ ਖਾਸ ਧਾਰਮਿਕ ਸਥਾਨ ਬਾਰੇ ਗੱਲ ਕਰਨ ਜਾ ਰਹੇ ਹਾਂ। ਆਂਧਰਾ ਪ੍ਰਦੇਸ਼ ਵਿੱਚ ਸ਼੍ਰੀਸ਼ੈਲਮ। ਹਾਂਜੀ, ਸ਼੍ਰੀ ਮੱਲਿਕਾਰਜੁਨ ਸਵਾਮੀ ਮੰਦਿਰ। ਇਹ ਸੱਚਮੁੱਚ ਕੋਈ ਆਮ ਜਗ੍ਹਾ ਨਹੀਂ ਹੈ ਜੀ। ਬਿਲਕੁਲ, ਇਸ ਦੀ ਖਾਸੀਅਤ ਹੀ ਇਹ ਹੈ ਕਿ ਇਹ ਦੋਹਰੀ ਮਹੱਤਤਾ ਰੱਖਦਾ ਹੈ। ਜੀ ਹਾਂ, ਇੱਕ ਤਾਂ ਇਹ ਭਗਵਾਨ ਸ਼ਿਵ ਦੇ 12 ਪਵਿੱਤਰ ਜੋਤਿਰਲਿੰਗਾਂ ਵਿੱਚੋਂ ਇੱਕ ਹੈ ਤੇ ਨਾਲ ਹੀ ਦੇਵੀ ਭ੍ਰਮਰਾਂਬਾ ਦੇ ਰੂਪ ਵਿੱਚ 18 ਮਹਾਸ਼ਕਤੀ ਪੀਠਾਂ ਵਿੱਚੋਂ ਵੀ ਇੱਕ। ਵਾਹ, ਸ਼ਿਵ ਤੇ ਸ਼ਕਤੀ ਦੋਵੇਂ ਕੋ ਥਾਂ ਤੇ। ਇਹ ਤਾਂ ਬਹੁਤ ਹੀ ਦੁਰਲੱਭ ਗੱਲ ਹੋਈ। ਬਹੁਤ ਦੁਰਲੱਭ ਜੀ। ਸ਼ਿਵ ਸ਼ਕਤੀ ਦਾ ਇਹ ਜਿਹਾ ਸੰਗਮ ਘੱਟ ਹੀ ਮਿਲਦਾ ਹੈ। ਅਸੀਂ ਇਸ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ ਹੈ, ਕੁਝ ਵੀਡੀਓਜ਼ ਵੇਖੇ ਨੇ, ਲੇਖ ਪੜ੍ਹੇ ਨੇ, ਕੁਝ ਟਰੈਵਲ ਗਾਈਡਾਂ ਵੀ। ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਇਸ ਮੰਦਿਰ ਦੇ ਇਤਿਹਾਸ, ਇਹਦੀ ਅਹਿਮੀਅਤ, ਇਸ ਦੀ ਬਣਤਰ ਤੇ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਬਾਰੇ ਵੀ ਡੂੰਘਾਈ ਨਾਲ ਗੱਲ ਕਰੀਏ। ਹਾਂਜੀ, ਤਾਂ ਸ਼ੁਰੂ ਕਰਦੇ ਹਾਂ ਇਸ ਦੀ ਪਵਿੱਤਰ ਮਹੱਤਤਾ ਤੋਂ। ਜੋਤਿਰਲਿੰਗ ਹੋਣ ਦਾ ਕੀ ਮਤਲਬ ਹੈ ਇੱਥੇ? ਦੇਖੋ ਜੀ, ਜੋਤਿਰਲਿੰਗ ਉਹ 12 ਮੁੱਖ ਸਥਾਨ ਨੇ ਜਿੱਥੇ ਮੰਨਿਆ ਜਾਂਦਾ ਹੈ ਕਿ ਸ਼ਿਵ ਜੀ ਖੁਦ ਪ੍ਰਕਾਸ਼ ਦੇ ਇੱਕ ਬੇਅੰਤ ਥੰਮ ਦੇ ਰੂਪ ਚ ਪ੍ਰਗਟ ਹੋਏ ਸੀ। ਅੱਛਾ। ਤੇ ਸ਼੍ਰੀਸ਼ੈਲਮ ਨੂੰ ਤਾਂ ਦੱਖਣ ਦਾ ਕੈਲਾਸ਼ ਵੀ ਕਿਹਾ ਜਾਂਦਾ ਹੈ। ਓ, ਦੱਖਣ ਦਾ ਕੈਲਾਸ਼। ਤੇ ਸ਼ਕਤੀਪੀਠ ਵਾਲੀ ਗੱਲ, ਉਹ ਦੇਵੀ ਭ੍ਰਮਰਾਂਬਾ ਕਰਕੇ? ਜੀ, ਮਾਤਾ ਪਾਰਵਤੀ ਦੇ ਹੀ ਰੂਪ ਨੇ ਭ੍ਰਮਰਾਂਬਾ। ਕਥਾ ਹੈ ਕਿ ਜਦੋਂ ਮਾਤਾ ਸਤੀ ਨੇ ਸਰੀਰ ਤਿਆਗਿਆ ਸੀ ਤਾਂ ਉਹਨਾਂ ਦੇ ਸਰੀਰ ਦਾ ਇੱਕ ਅੰਗ ਇੱਥੇ ਡਿੱਗਿਆ ਸੀ, ਇਸ ਲਈ ਇਹ ਸ਼ਕਤੀਪੀਠ ਬਣਿਆ। ਤਾਂ ਫਿਰ ਸ਼ਰਧਾਲੂਆਂ ਲਈ ਇਸ ਦੋਹਰੀ ਪਵਿੱਤਰਤਾ ਦਾ ਕੋਈ ਖਾਸ ਅਧਿਆਤਮਿਕ ਅਨੁਭਵ ਹੁੰਦਾ ਹੋਵੇਗਾ? ਹਾਂਜੀ ਬਿਲਕੁਲ। ਕਈ ਲੋਕ ਮੰਨਦੇ ਨੇ ਕਿ ਸ਼ਿਵ ਤੇ ਸ਼ਕਤੀ ਦੇ ਸੰਪੂਰਨ ਸੰਤੁਲਨ ਵਾਲੀ ਥਾਂ ਹੈ। ਇੱਥੇ ਆ ਕੇ ਬ੍ਰਹਮੰਡੀ ਪੁਰਸ਼ ਤੇ ਇਸਤਰੀ ਊਰਜਾ ਦੋਵਾਂ ਦੀ ਪੂਜਾ ਹੁੰਦੀ ਹੈ। ਅੱਛਾ। ਜੋ ਕਹਿੰਦੇ ਨੇ ਮੋਕਸ਼ ਲਈ ਵੀ ਤੇ ਦੁਨਿਆਵੀ ਇੱਛਾਵਾਂ ਦੀ ਪੂਰਤੀ ਲਈ ਵੀ ਬਹੁਤ ਸ਼ਕਤੀਸ਼ਾਲੀ ਹੈ। ਨਾਲ ਇੱਕ ਹੋਰ ਖਾਸ ਗੱਲ, ਹਾਂਜੀ, ਇੱਥੋਂ ਦਾ ਸ਼ਿਵਲਿੰਗ ਸਵਯੰਭੂ ਹੈ। ਸਵਯੰਭੂ ਯਾਨੀ ਕਿ ਆਪਣੇ ਆਪ ਪ੍ਰਗਟ ਹੋਇਆ, ਕਿਸੇ ਨੇ ਸਥਾਪਿਤ ਨਹੀਂ ਕੀਤਾ। ਬਿਲਕੁਲ, ਕਿਸੇ ਨੇ ਬਣਾਇਆ ਜਾਂ ਸਥਾਪਿਤ ਨਹੀਂ ਕੀਤਾ। ਇਹ ਆਪਣੇ ਆਪ ਧਰਤੀ ਚੋਂ ਪ੍ਰਗਟ ਹੋਇਆ ਮੰਨਿਆ ਜਾਂਦਾ ਹੈ। ਅੱਛਾ, ਇਸ ਨਾਲ ਜੁੜੀ ਕੋਈ ਕਹਾਣੀ ਵੀ ਹੈ ਸ਼ਾਇਦ? ਕੋਈ ਰਾਜਕੁਮਾਰੀ? ਹਾਂਜੀ, ਰਾਜਕੁਮਾਰੀ ਚੰਦਰਾਵਤੀ ਦੀ ਕਥਾ ਹੈ। ਕਹਿੰਦੇ ਨੇ ਉਹਨਾਂ ਦੀ ਇੱਕ ਗਾਂ ਸੀ ਜੋ ਹਰ ਰੋਜ਼ ਆ ਕੇ ਇਸ ਥਾਂ ਤੇ ਆਪਣੇ ਆਪ ਦੁੱਧ ਚੋ ਦਿੰਦੀ ਸੀ। ਤੇ ਜਦੋਂ ਰਾਜਕੁਮਾਰੀ ਨੇ ਇਹ ਦੇਖਿਆ ਤੇ ਖੁਦਾਈ ਕਰਵਾਈ ਤਾਂ ਉੱਥੋਂ ਇਹ ਲਿੰਗਮ ਪ੍ਰਗਟ ਹੋਇਆ। ਵਾਹ, ਕਿੰਨੀ ਦਿਲਚਸਪ ਕਥਾ ਹੈ। ਤੇ ਮੰਦਿਰ ਦਾ ਨਾਮ ਮੱਲਿਕਾਰਜੁਨ, ਇਸ ਪਿੱਛੇ ਵੀ ਕੋਈ ਕਹਾਣੀ ਹੈ? ਜੀ, ਇਹ ਵੀ ਇੱਕ ਕਥਾ ਨਾਲ ਜੁੜਿਆ ਹੈ। ਕਹਿੰਦੇ ਨੇ ਜਦੋਂ ਕਾਰਤਿਕੇय ਜੀ ਆਪਣੇ ਭਰਾ ਗਣੇਸ਼ ਜੀ ਤੋਂ ਨਾਰਾਜ਼ ਹੋ ਕੇ ਕ੍ਰਾਉਂਚ ਪਰਬਤ ਤੇ ਚਲੇ ਗਏ ਸੀ, ਹਾਂਜੀ, ਤਾਂ ਸ਼ਿਵ ਜੀ ਤੇ ਮਾਤਾ ਪਾਰਵਤੀ ਉਹਨਾਂ ਨੂੰ ਮਨਾਉਣ ਲਈ ਆਏ, ਪਰ ਕਾਰਤਿਕੇय ਜੀ ਨਹੀਂ ਮੰਨੇ। ਤਾਂ ਫਿਰ ਸ਼ਿਵ ਜੀ ਅਰਜੁਨ ਦੇ ਰੂਪ ਵਿੱਚ ਤੇ ਮਾਤਾ ਪਾਰਵਤੀ ਮੱਲਿਕਾ ਯਾਨੀ ਚਮੇਲੀ ਦੇ ਫੁੱਲ ਵਾਂਗ ਸੁੰਦਰ ਦੇ ਰੂਪ ਵਿੱਚ ਇੱਥੇ ਹੀ ਵਸ ਗਏ। ਅੱਛਾ, ਤਾਂ ਮੱਲਿਕਾ ਤੇ ਅਰਜੁਨ ਤੋਂ ਮੱਲਿਕਾਰਜੁਨ ਬਾਰਿਆਂ ਸਮਝ ਗਈ। ਬਿਲਕੁਲ। ਇਹਨਾਂ ਕਥਾਵਾਂ ਤੋਂ ਇਲਾਵਾ ਮੰਦਿਰ ਨਾਲ ਕੁਝ ਰਹੱਸਮਈ ਗੱਲਾਂ ਵੀ ਜੁੜੀਆਂ ਹੋਈਆਂ ਨੇ। ਮੈਂ ਅਖੰਡ ਜੋਤੀ ਬਾਰੇ ਸੁਣਿਆ ਸੀ। ਹਾਂਜੀ, ਅਖੰਡ ਜੋਤੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਮੰਦਿਰ ਦੇ ਗਰਭ ਗ੍ਰਹਿ ਵਿੱਚ ਇੱਕ ਦੀਵਾ ਹੈ ਜੋ ਕਹਿੰਦੇ ਨੇ ਸਦੀਆਂ ਤੋਂ ਬਲ ਰਿਹਾ ਹੈ, ਲਗਾਤਾਰ। ਸਦੀਆਂ ਤੋਂ? ਦਰੋਜ਼ੀ ਹੀ ਨਹੀਂ ਕਦੇ? ਜੀ ਨਹੀਂ, ਮੰਨਿਆ ਜਾਂਦਾ ਹੈ ਕਿ ਆਦਿ ਸ਼ੰਕਰਾਚਾਰੀ ਜੀ ਨੇ ਇਸ ਨੂੰ ਜਗਾਇਆ ਸੀ, ਪਰ ਇਸ ਵਿੱਚ ਤੇਲ ਜਾਂ ਘਿਓ ਕੌਣ ਪਾਉਂਦਾ ਹੈ ਜਾਂ ਇਹ ਕਿਵੇਂ ਬਲ ਰਿਹਾ ਹੈ, ਇਹ ਸਪਸ਼ਟ ਨਹੀਂ ਹੈ। ਵਾਕਈ ਇਹ ਤਾਂ ਬਹੁਤ ਹੀ ਅਜੀਬ ਗੱਲ ਹੈ। ਹਾਂਜੀ, ਤੇ ਕਹਿੰਦੇ ਨੇ ਕਿੰਨੇ ਤੂਫਾਨ ਆਏ ਪਰ ਇਹ ਜੋਤ ਕਦੇ ਬੁਝੀ ਨਹੀਂ। ਸ਼ਰਧਾਲੂ ਇਸ ਨੂੰ ਸ਼ਿਵ ਜੀ ਦੀ ਸਦੀਵੀ ਮੌਜੂਦਗੀ ਦਾ ਸਬੂਤ ਮੰਨਦੇ ਨੇ। ਤੇ ਫਿਰ ਉਹ ਪਾਤਾਲ ਗੰਗਾ ਯਾਨੀ ਕ੍ਰਿਸ਼ਨਾ ਨਦੀ ਦੀ ਗੱਲ, ਉਹ ਵੀ ਨੇੜੇ ਹੀ ਹੈ ਨਾ? ਜੀ ਬਿਲਕੁਲ, ਕੋਲੋਂ ਲੰਘਦੀ ਹੈ। ਉਸ ਬਾਰੇ ਵੀ ਕਹਾਣੀਆਂ ਨੇ ਕਿ ਕਦੇ-ਕਦੇ ਉਹ ਅਲੋਪ ਹੋ ਜਾਂਦੀ ਹੈ ਤੇ ਫਿਰ ਅਚਾਨਕ ਪ੍ਰਗਟ ਹੋ ਜਾਂਦੀ ਹੈ। ਅਲੋਪ ਹੋ ਜਾਂਦੀ ਹੈ ਕਿਵੇਂ? ਦੇਖੋ ਜੀ, ਲੋਕ ਕਥਾਵਾਂ ਤਾਂ ਇਸ ਨੂੰ ਕੋਈ ਚਮਤਕਾਰ ਮੰਨਦੀਆਂ ਨੇ, ਪਰ ਕੁਝ ਵਿਗਿਆਨੀ ਕਹਿੰਦੇ ਨੇ ਕਿ ਸ਼ਾਇਦ ਜ਼ਮੀਨ ਹੇਠਾਂ ਕੋਈ ਗੁਪਤ ਰਸਤੇ, ਅੰਡਰਗਰਾਉਂਡ ਚੈਨਲਸ ਹੋਣ ਜਾਂ ਚੂਨੇ ਪੱਥਰ ਵਾਲੀ ਜ਼ਮੀਨ, ਕਾਰਸ ਟੋਪੋਗ੍ਰਾਫੀ ਕਰਕੇ ਪਾਣੀ ਜ਼ਮੀਨਦੋਜ਼ ਹੋ ਜਾਂਦਾ ਹੋਵੇ। ਪਰ ਪੱਕਾ ਕੁਝ ਨਹੀਂ ਪਤਾ। ਨਹੀਂ ਜੀ, ਪੱਕਾ ਸਬੂਤ ਕੋਈ ਨਹੀਂ। ਇੱਕ ਹੋਰ ਰਹੱਸ ਲਿੰਗਮ ਦੇ ਰੰਗ ਬਦਲਣ ਬਾਰੇ ਵੀ ਹੈ। ਹਾਂ, ਉਹ ਵੀ ਮੈਂ ਪੜ੍ਹਿਆ ਸੀ ਕਿ ਲਿੰਗਮ ਦਿਨ ਦੇ ਵੱਖ-ਵੱਖ ਸਮੇਂ ਤੇ ਰੰਗ ਬਦਲਦਾ ਹੈ। ਸਵੇਰੇ ਚਿੱਟਾ, ਦੁਪਹਿਰ ਨੂੰ ਲਾਲ ਤੇ ਰਾਤ ਨੂੰ ਕਾਲਾ। ਜੀ, ਇਹੀ ਮਾਨਤਾ ਹੈ। ਕਈ ਲੋਕ ਇਸ ਨੂੰ ਸ਼ਿਵ ਜੀ ਦੇ 3 ਗੁਣਾ ਸਤੋਗੁਣ, ਰਜੋਗੁਣ, ਤਮੋਗੁਣ ਦਾ ਪ੍ਰਤੀਕ ਮੰਨਦੇ ਨੇ। ਅੱਛਾ। ਹਾਲਾਂਕਿ ਕੁਝ ਇਹ ਵੀ ਕਹਿੰਦੇ ਨੇ ਕਿ ਸ਼ਾਇਦ ਇਹ ਸਿਰਫ ਵੱਖ-ਵੱਖ ਸਮੇਂ ਤੇ ਪੈਣ ਵਾਲੀ ਰੋਸ਼ਨੀ ਦਾ ਅਸਰ ਹੋਵੇ। ਹੋ ਸਕਦਾ ਹੈ। ਹੁਣ ਜੇ ਆਪਾਂ ਇਸ ਦੀ ਬਣਤਰ, ਇਸ ਦੇ ਆਰਕੀਟੈਕਚਰ ਦੀ ਗੱਲ ਕਰੀਏ, ਇਹ ਕਿਸ ਸ਼ੈਲੀ 'ਚ ਬਣਿਆ ਹੈ? ਇਹ ਮੁੱਖ ਤੌਰ ਤੇ ਦਰਾਵਿੜ ਸ਼ੈਲੀ ਵਿੱਚ ਹੈ ਜੀ। ਇਸ ਦੀ ਪਛਾਣ ਆਮ ਤੌਰ ਤੇ ਉੱਚੇ ਗੋਪੁਰਮ, ਗੇਟਵੇਜ਼ ਜਾਂ ਕਈ ਮੰਜ਼ਲਾਂ ਵਾਲੇ ਮਿਨਾਰਾਂ ਤੋਂ ਹੁੰਦੀ ਹੈ। ਤੇ ਇਸ ਦਾ ਮੁੱਖ ਮੰਡਪ ਬਹੁਤ ਮਸ਼ਹੂਰ ਹੈ ਸੁਣਿਆ, ਜਿੱਥੇ ਬਹੁਤ ਸਾਰੇ ਥੰਬ ਨੇ। ਹਾਂਜੀ, ਮੁੱਖ ਮੰਡਪ ਵੱਡਾ ਹਾਲ ਹੈ ਜਿੱਥੇ ਸਭਾ ਹੁੰਦੀ ਹੈ ਜਾਂ ਮੁੱਖ ਪ੍ਰਾਰਥਨਾ। ਇਸ ਦੇ ਥੰਮਾਂ ਤੇ ਬਹੁਤ ਹੀ ਬਾਰੀਕ ਗੁੰਝਲਦਾਰ ਨਕਾਸ਼ੀ ਕੀਤੀ ਹੋਈ ਹੈ। ਮੈਂ ਕੁਝ ਥਾਵਾਂ ਤੇ ਪੜਿਆ ਕਿ ਉਸ ਨਕਾਸ਼ੀ ਵਿੱਚ ਕੁਝ ਐਸਾ ਹੈ ਜੋ ਟੈਲੀਸਕੋਪ ਵਰਗਾ ਲੱਗਦਾ ਹੈ ਜਾਂ ਕੋਈ ਤਾਰਾ ਮੰਡਲ। ਇਹ ਕਿੰਨੀ ਕੁ ਸਹੀ ਗੱਲ ਹੈ? ਦੇਖੋ ਜੀ, ਸਰੋਤ ਇਸ ਨੂੰ ਜ਼ਿਆਦਾਤਰ ਇੱਕ ਦਿਲਚਸਪ ਦਾਅਵੇ ਜਾਂ ਵਿਆਖਿਆ ਵਜੋਂ ਪੇਸ਼ ਕਰਦੇ ਨੇ। ਇਹ ਇੱਕ ਸਵਾਲ ਉਠਾਉਂਦਾ ਹੈ ਕਿ ਕੀ ਸਾਡੇ ਪੁਰਖਿਆਂ ਕੋਲ ਖਗੋਲ ਵਿਗਿਆਨ ਦਾ ਉન્નਤ ਗਿਆਨ ਸੀ, ਪਰ ਇਹ ਕੋਈ ਸਾਬਤ ਤੱਥ ਨਹੀਂ ਹੈ। ਅੱਛਾ, ਪੱਕਾ ਨਹੀਂ ਕਹਿ ਸਕਦੇ। ਜੀ, ਇਤਿਹਾਸਿਕ ਤੌਰ ਤੇ ਦੇਖੀਏ ਤਾਂ ਇਸ ਮੰਦਿਰ ਨੂੰ ਕਈ ਰਾਜਿਆਂ ਨੇ ਬਣਵਾਇਆ ਤੇ ਵਧਾਇਆ।
ਖਾਸ ਕਰਕੇ ਵਿਜੈਨਗਰ ਸਾਮਰਾਜ ਦੇ ਰਾਜਾ ਹਰੀਹਰ ਰਾਏ ਦਾ ਨਾਮ ਹੁੰਦਾ ਹੈ। ਤੇ ਆਦਿ ਸ਼ੰਕਰਾਚਾਰਿਆ ਜੀ ਦਾ ਵੀ ਜ਼ਿਕਰ ਆਇਆ ਸੀ ਪਹਿਲਾਂ। ਹਾਂਜੀ, ਬਹੁਤ ਮਹੱਤਵਪੂਰਨ। ਆਦਿ ਸ਼ੰਕਰਾਚਾर्य ਜੀ ਨੇ ਇੱਥੇ ਤਪੱਸਿਆ ਕੀਤੀ ਸੀ ਤੇ ਸ਼ਿਵਾਨੰਦ ਲਹਿਰੀ ਅਤੇ ਸੌਂਗਰਿਆ ਲਹਿਰੀ ਵਰਗੀਆਂ ਮਹਾਨ ਰਚਨਾਵਾਂ ਇੱਥੇ ਹੀ ਲਿਖੀਆਂ ਸਨ। ਵਾਹ, ਤੇ ਇਹ ਸਾਰਾ ਕੁਝ ਇੱਕ ਬਹੁਤ ਹੀ ਸੋਹਣੇ ਕੁਦਰਤੀ ਮਾਹੌਲ ਵਿੱਚ ਹੈ ਨਾ? ਬਿਲਕੁਲ ਜੀ, ਆਲੇ ਦੁਆਲੇ ਨੱਲਮਮਾਲਾ ਦੇ ਸੰਘਣੇ ਜੰਗਲ ਨੇ। ਹਾਂ, ਔਰ ਖੇਤਰ ਵਿੱਚ ਪੈਂਦਾ ਹੈ। ਅੱਛਾ, ਟਾਈਗਰ ਰਿਜ਼ਰਵ ਦੇ ਅੰਦਰ? ਜੀ ਹਾਂ, ਜੋ ਭਾਰਤ ਦਾ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਹੈ ਤੇ ਨਾਲ ਹੀ ਪਵਿੱਤਰ ਕ੍ਰਿਸ਼ਨਾ ਨਦੀ ਦਾ ਕਿਨਾਰਾ। ਕੁਦਰਤੀ ਸੁੰਦਰਤਾ ਵੀ ਬਹੁਤ ਹੈ ਇੱਥੇ। ਤਾਂ ਫਿਰ ਕੁੱਲ ਮਿਲਾ ਕੇ ਦੇਖੀਏ ਤਾਂ ਸ਼੍ਰੀ ਸ਼ੈਲਮ ਮੱਲਿਕਾਰਜੁਨ ਮੰਦਿਰ ਸਿਰਫ ਇੱਕ ਪੂਜਾ ਦੀ ਥਾਂ ਨਹੀਂ, ਇਹ ਤਾਂ ਮਤਲਬ ਇਤਿਹਾਸ, ਕਲਾ, ਸ਼ਰਧਾ, ਕੁਦਰਤ, ਰਹੱਸ ਸਭ ਦਾ ਸੁਮੇਲ ਹੈ। ਬਿਲਕੁਲ ਸਹੀ ਕਿਹਾ ਜੀ। ਸ਼ਿਵ ਤੇ ਸ਼ਕਤੀ ਦਾ ਇਹ ਘਰ ਕਈ ਕਹਾਣੀਆਂ ਤੇ ਅਣਸੁਲਝੇ ਪੇਤਾਂ ਨਾਲ ਭਰਿਆ ਪਿਆ ਹੈ। ਤੇ ਇੱਥੇ ਇੱਕ ਗੱਲ ਜ਼ਰੂਰ ਸੋਚਣ ਵਾਲੀ ਬਣਦੀ ਹੈ, ਜਿਸ ਵੱਲ ਕਈ ਸਰੋਤ ਇਸ਼ਾਰਾ ਵੀ ਕਰਦੇ ਨੇ। ਓਕੇ ਜੀ। ਕਿ ਆਖਿਰ ਇਹਨਾਂ ਪ੍ਰਾਚੀਨ ਪਵਿੱਤਰ ਥਾਵਾਂ ਵਿੱਚ ਅਜਿਹੀ ਕਿਹੜੀ ਗੱਲ ਹੈ, ਕੋਈ ਖਾਸ ਖਿੱਚ, ਕੋਈ ਡੂੰਗੀ ਊਰਜਾ ਜਾਂ ਕੋਈ ਗਿਆਨ ਜੋ ਛੁਪਿਆ ਹੋਇਆ ਹੈ? ਹਾਂ, ਇਹ ਤਾਂ ਹੈ। ਸਦੀਆਂ ਤੋਂ ਲੱਖਾਂ ਲੋਕ ਖਿੱਚੇ ਚੱਲੇ ਆਉਂਦੇ ਨੇ ਜੀ। ਕੀ ਇਹ ਸਿਰਫ ਵਿਸ਼ਵਾਸ ਹੈ ਜਾਂ ਕੋਈ ਅਜਿਹੀ ਹਕੀਕਤ ਹੈ ਜਿਸ ਨੂੰ ਸ਼ਾਇਦ ਅੱਜ ਦਾ ਵਿਗਿਆਨ ਜਾਂ ਸਾਡੀ ਤਰਕ ਸ਼ਕਤੀ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੀ? ਵਾਕਈ ਇਹ ਇੱਕ ਵੱਡਾ ਸਵਾਲ ਹੈ। ਸ਼ਾयद इसका जवाब हर किसी लिए वखरा होवे। ये सोचने ਲਈ एक वधिया नुक्ता है। अच्छा, तो आज हम जरा गहराई में बात कर रहे हैं आंध्र प्रदेश में श्री सेलम की। दरियाए कृष्णा के किनारे ये जगह और खास तौर पर वहाँ का मशहूर मल्लिकार्जुन मंदिर। हमारे पास कुछ तारीखी मज़ामीन हैं, फ़न तामीर परमवाद और एक बहुत ही दिलचस्प नई दरियाफ्त भी है। जी हाँ, और श्री सेलम की बात करें तो ये जगह रूहानी तौर पर बहुत खास है। मतलब ये एक ही वक्त में भगवान शिव के 12 ज्योतिर्लिंगों में से एक है। 12 में से एक? अच्छा जी, और साथ ही देवी पार्वती के जो 18 महाशक्ति पीठ हैं उनमें से भी एक है। ओहो, तो ये तो बड़ा नायाब इम्तिजाज हुआ फिर। ज्योतिर्लिंग भी और शक्तिपीठ भी एक ही जगह पर। बिल्कुल, एक ही मकाम पर ये दोनों होना उसे मतलब गैर मामूली रूहानी अहमियत देता है। तो आज हम यही कोशिश करेंगे कि इस जगह की जो रूहानी हैसियत है, उसकी तारीख है और जो कुदरती खूबसूरती है उसे जरा समझे। शुरू करें? जरूर। देखिए, मंदिर की तारीख तो बहुत पुरानी है। 2री सदी ईस्वी यानी सातवाहन सल्तनत के जमाने के निविष्टों में भी इसका जिक्र मिलता है। 2री सदी? वाह जी। और जो मौजूदा तामीर है वो ज्यादातर द्राविड़ी तर्ज की है और इस पर विजयनगर सल्तनत का असर बहुत गहरा है। वो ऊंचे ऊंचे गोपुरम यानी दाखिली मीनार और बड़े बड़े सहन, ये सब विजयनगर फन्ने तामीर की निशानियां हैं। और देखे ना, ये जगह इतनी अहम है कि 8वीं सदी के अजीम फिलोसोफर आदि शंकराचार्य वो भी यहाँ आए। जी बिल्कुल, न सिर्फ आए बल्कि कहा जाता है कि उन्होंने अपनी मशहूर तसनीफ शिवानंद लहरी यहीं लिखी थी। अच्छा। और यहाँ एक मकामी कहानी भी बहुत दिलचस्प है। कहते हैं कि शिव जी और पार्वती जी यहाँ अपने बेटे कार्तिकेय को मनाने आए थे। वो नाराज होकर करीब की एक पहाड़ी पर चले गए थे। तो फिर क्या हुआ? तो यहाँ शिव जी ने अर्जुन का रूप लिया जो एक दरख्त भी है, और पार्वती जी ने मल्लिका यानी चंबेली के फूल का। अच्छा, मल्लिका और अर्जुन, तो इसी से नाम मल्लिकार्जुन पड़ा? जी बिल्कुल, इसी मुनासबत से इस ज्योतिर्लिंग का नाम मल्लिकार्जुन है। ये तो हुई रूहानी और असातीरी बातें, लेकिन एक हालिया दरियाफ्त भी तो हुई है वहाँ से जिसने काफी तवज्जो हासिल की है, वो तांबे की तख्ती वाली बात। हाँ, वो बहुत अहम है। एक 14वीं सदी की तांबे की तख्ती मिली है जिस पर स्वराजिया का लफ्ज लिखा है। 14वीं सदी में स्वराजिया यानी आजादी या खुद मुख्तारी? जी हाँ, और ये अब तक इस लफ्ज के इस्तेमाल का सबसे पुराना सबूत माना जा रहा है। बाल गंगाधर तिलक के नारे से भी सदियों पुराना। ये तो वाकई हैरानकुन बात है। मतलब 14वीं सदी में ये तसव्वुर, क्या इससे उस जमाने की सियासी सोच के बारे में कुछ नया पता चलता है? देखिए, ये एक नई राह जरूर खोलता है। ये जाहिर करता है कि खुद मुख्तारी का ख्याल इस इलाके में पहले से मौजूद था। हालांकि इसके पूरे मायने क्या थे इस जमाने में, इस पर अभी मजीद तहकीक होगी। लेकिन ये दरियाफ्त श्री सेलम को सिर्फ एक मजहबी मरकज नहीं, सही, बल्कि एक ऐसे मकाम के तौर पर भी दिखाती है जहाँ अहम सियासी ख्यालात पनप रहे थे। और ये तो हुई तारीख और रूहानियत, कुदरती तौर पर भी ये जगह कुछ कम नहीं है ना? बिल्कुल भी नहीं। ये मंदिर खूबसूरत नल्ला मल्ला पहाड़ियों में है और नाग अर्जुन सागर श्री सेलम टाइगर रिजर्व का हिस्सा है। अच्छा, ये वही टाइगर रिजर्व है जो भारत का सबसे बड़ा है? जी हाँ, रकबे के लिहाज से ये भारत का सबसे बड़ा टाइगर रिजर्व है, तो हयातियाती तनव्वु के लिए बहुत अहम इलाका है। और मंदिर के आसपास भी देखने की जगह होंगी? जी बिल्कुल, श्री सेलम डैम है दरियाए कृष्णा पर, फिर एक शिखरेश्वर मंदिर है जो सबसे ऊंची चोटी पर है। वहाँ से नजारा बहुत खूबसूरत होता है। और एक पाताल गंगा का भी जिक्र था, वो क्या है? पाताल गंगा दरअसल दरियाए कृष्णा तक नीचे उतरने का एक रास्ता है। वहाँ एक मखसूस जगह है जहाँ लोग दरिया में नहाते हैं, मुकद्दस डुबकी लगाते हैं, और वहाँ से भी मंजर बहुत दिलकश है। अच्छा, अगर कोई वहाँ जाने का सोचे तो सफर के हवाले से क्या चीजें जहन में रखनी चाहिए? मौसम के लिहाज से सितंबर से मार्च का वक्त बेहतर रहता है। हैदराबाद और कुरनूल से सड़क के जरिए आप आराम से पहुँच सकते हैं। करीब तरीन बड़ा रेलवे स्टेशन मरकापुर रोड है, वहाँ से टैक्सी या बस लेनी पड़ती है।
और वो जंगल वाले रास्ते का कुछ था? हाँ, ये बहुत अहम है। चूंकि ये टाइगर रिजर्व है तो रात के वक्त अमूमन शाम 6 बजे से सुबह 6 बजे तक जंगल से गुजरने वाले घाट रोड बंद कर दिए जाते हैं हिफाजत के लिए। सही, ये ध्यान में रखने वाली बात है। तो मुख्तसरन ये कि मल्लिकार्जुन मंदिर रूहानी तौर पर तो मुनफरिद है ही, ज्योतिर्लिंग और शक्तिपीठ एक साथ जी, लेकिन तारीखी तौर पर भी बहुत अहम है, खासकर उस सुराज्या वाली तख्ती की दरियाफ्त के बाद। बिल्कुल। और साथ में विजयनगर दौर का फने तामीर और भारत के सबसे बड़े टाइगर रिजर्व के बीच में वाक़ होना, ये तारीख, रूहानियत और फितरत का एक आप कहें जबरदस्त संगम है। वाकई। और ये सोचने की बात है कि श्रीसेलम जैसी जगहें सिर्फ एक तीर्थ स्थान नहीं है, इनमें कितनी गहराई है, रूहानियत की भी, सदियों पुरानी तारीख की भी, जिसमें सुराज्या जैसे तसव्वुरात की झलक मिलती है, और फिर इतना अहम कुदरती माहौल भी। ये जगह हमें बहुत कुछ सिखाती हैं, है ना? संस्कृति, तारीख, फितरत, सब एक जगह। दोस्तों, आज इस दिव्य स्थान का ज्ञान हाजिर है जहाँ शिव और शक्ति एक साथ विराजते हैं। नमस्ते। क्या आपने कभी सोचा है कि देवताओं के परिवार में भी कंपटीशन होता है? एक ऐसी दौड़ जिसने भगवान शिव और माता पार्वती को अपने प्यारे बेटे के पास रहने के लिए एक ज्योतिर्लिंग का रूप लेने पर मजबूर कर दिया। आज हम आपको ले चलेंगे दक्षिण भारत के कैलाश श्रीशैलम, जहां मल्लिकार्जुन ज्योतिर्लिंग की अद्भुत कहानी बसी है। ये सिर्फ एक मंदिर नहीं, बल्कि 12 ज्योतिर्लिंगों में से दूसरा और 18 महाशक्ति पीठों में से एक है। एक ही स्थान पर शिव और शक्ति का ऐसा संगम, ये अपने आप में एक चमत्कार है। चलिए इस अनोखी और दिल को छू लेने वाली यात्रा पर चलते हैं। कल्पना कीजिए खूबसूरत कैलाश पर्वत की, जहां माहौल में खुशियां घुली हुई हैं। भगवान शिव और माता पार्वती अपने लाडले बेटों श्री गणेश और कार्तिकेय के विवाह की मीठी योजना बना रहे थे। दोनों ही विवाह योग्य थे, पर सवाल ये था कि किसका विवाह पहले हो। इस पर एक प्रेम भरी प्रतियोगिता रखी गई। तय हुआ कि जो भी पूरे ब्रह्मांड का 7 बार चक्कर लगाकर पहले लौटेगा, उसी का विवाह पहले संपन्न होगा। ये सुनते ही भगवान कार्तिकेय तो तुरंत अपने वाहन मोर पर सवार होकर ब्रह्मांड की परिक्रमा के लिए निकल पड़े, लेकिन बुद्धि और विवेक के देवता श्री गणेश जी वहीं खड़े मुस्कुराते रहे। उन्होंने एक अनोखा उपाय सोचा। उन्होंने अपने माता पिता भगवान शिव और माता पार्वती को ही अपना संपूर्ण ब्रह्मांड मानकर बड़ी श्रद्धा से उनकी 7 परिक्रमा कर ली। उन्होंने वेदों का सार प्रस्तुत करते हुए कहा, माता पिता की परिक्रमा करने से तो पूरे विश्व की परिक्रमा का फल मिलता है। उनके इस ज्ञान और प्रेम से प्रसन्न होकर शिव पार्वती ने गणेश जी का विवाह प्रजापति विश्वरूप की बेटियों रिद्धि और सिद्धि से करवा दिया। जब सालों बाद कार्तिकेय जी ब्रह्मांड का चक्कर लगाकर लौटे और ये सब देखा, तो वो बहुत निराश और क्रोधित हुए। उन्हें लगा कि उनके साथ न्याय नहीं हुआ और उनका परिश्रम व्यर्थ गया। उनका दिल टूट गया और उन्हें लगा कि उनके परिश्रम के साथ छल हुआ है। इसी दुख और गुस्से में वो कैलाश छोड़कर क्रौंच पर्वत पर एकांत में चले गए। जब माता पिता उन्हें मनाने पहुंचे तो उनका मन और दुखी हो गया और वो वहां से भी दूर दक्षिण में श्रीशैलम पर्वत पर जाकर बस गए और ब्रह्मचर्य का संकल्प ले लिया। एक माता पिता के लिए अपने रूठे हुए बेटे से दूर रहना भला कैसे मुमकिन था? पुत्र प्रेम में व्याकुल होकर उन्होंने स्वयं एक दिव्य ज्योति का रूप धारण किया और उसी श्रीशैलम पर्वत पर बस गए, ताकि वो हमेशा अपने बेटे की मौजूदगी महसूस कर सके। और इसी दिव्य ज्योतिर्लिंग को दुनिया ने मल्लिकार्जुन के नाम से जाना। जानते हैं इसका मतलब क्या है? मल्लिका यानी माँ पार्वती और अर्जुन स्वयं भगवान शिव। इस तरह इस एक नाम में ही शिव और शक्ति का पूरा प्रेम और उनकी कहानी समा गई। कहते हैं कि आज भी अमावस्या की रात को स्वयं भगवान शिव और पूर्णिमा की रात को माता पार्वती अपने पुत्र कार्तिकेय से मिलने यहाँ आती हैं। तो इस खूबसूरत कहानी पर आपका दिल क्या कहता है? क्या गणेश जी की समझदारी ने आपका भी मन मोह लिया? मुझे नीचे कमेंट्स में जरूर बताइएगा। आपके विचार पढ़कर मुझे बहुत खुशी होगी। ये मंदिर सिर्फ अपनी कहानी के लिए ही नहीं, बल्कि अपनी भव्यता के लिए भी प्रसिद्ध है। यहाँ कृष्णा नदी को पाताल गंगा कहते हैं और पवित्र स्नान के लिए यहाँ तक पहुँचने के लिए भक्तों को 852 सीढ़ियाँ उतरनी पड़ती हैं। सोचिए कितना अद्भुत और अविस्मरणीय अनुभव होता होगा। अगर आपको ये दिव्य जानकारी अच्छी लगी तो इस वीडियो को लाइक करें और अपने परिवार और दोस्तों के साथ जरूर शेयर करें। और ऐसे ही अद्भुत और गहरे ज्ञान के लिए हमारे चैनल से जुड़ना ना भूलें। वादा है अगली कहानी इससे भी ज्यादा दिल को छू लेने वाली होगी। जल्दी से सब्सक्राइब का बटन दबाइए ताकि आप उसे बिल्कुल भी मिस न करें।